ठीक है। हेलो एवरीवन, आज आप रीड करते हैं बजटिंग टेक्निक्स ऑफ कंट्रोल। ठीक है, कंट्रोलिंग द टेक्निक्स। अ बजट इज़ अ मॉनेटरी और एंड क्वांटिटेटिव एक्सपेंशन ऑफ बिजनेस प्लान एंड पॉलिसीज़ टू बी परस्यूड इन अ फ्यूचर पीरियड ऑफ टाइम। ਆਪਾਂ ਡਿਸਾਈਡ ਕਰਦੇ ਹਾਂ ਕਿ ਆਪਣਾ 1 ਸਾਲ ਦੇ ਵਿੱਚ ਆਪਣਾ ਕਿੰਨਾ ਕੁ ਬਜਟ ਆ ਜਾਏਗਾ, ਕਿੰਨਾ ਕੁ ਆਪਣਾ ਖਰਚਾ ਹੋਏਗਾ, ਕਿੰਨੀ ਕੁ ਆਪਾਂ ਨੂੰ ਇਨਕਮ ਆ ਜਾਏਗੀ। ਮੋਨੇਟਰੀ ਟਰਮਸ ਦੇ ਵਿੱਚ ਆਪਾਂ ਡਿਸਾਈਡ ਕਰਦੇ ਹਾਂ। ठीक है। द टर्म बजटिंग इज़ यूज फॉर प्रिपेयरिंग बजट्स एंड अदर प्रोसीजर्स फॉर प्लानिंग। मतलब आप यूज़ करते हैं कि आप अदर प्रोसीजर अपने प्लानिंग ਨੂੰ ਕੋਆਰਡੀਨੇਸ਼ਨ ਕੰਟਰੋਲ ਆਫ ਬਿਜ਼ਨਸ ਐਂਟਰਪ੍ਰਾਈਜ਼ ਨੂੰ ਬਣਾਉਣ ਲਈ ਆਪਾਂ ਕੁਝ ਬਜਟਸ ਬਣਾਉਂਦੇ ਹਾਂ। ਸੋ a budget is predetermined statement of management policy during a given period which provides a standard for comparison with the result of actually achieved। ਹਰ ਇੱਕ ਦਾ ਆਪਾਂ ਬਜਟ ਬਣਾਉਂਦੇ ਹਾਂ, ਪਰਸੋਨਲ ਦਾ, ਆਰਗੇਨਾਈਜੇਸ਼ਨ ਦਾ, ਪਲੈਨਿੰਗ ਦਾ, ਕੰਟਰੋਲਿੰਗ ਦਾ, ਕੋਆਰਡੀਨੇਸ਼ਨ ਦਾ, ਸਭ ਦਾ ਆਪਾਂ ਬਜਟ ਬਣਾਉਂਦੇ ਹਾਂ। ਫਿਰ ਆਪਾਂ ਜੋ ਵੀ ਆਪਾਂ ਨੇ ਪ੍ਰੀ ਡਿਟਰਮਾਈਨਡ ਜਿਹੜੇ ਆਪਾਂ ਨੇ ਸਟੇਟਮੈਂਟ ਦਿੱਤੀਆਂ ਹੁੰਦੀਆਂ ਆਪਾਂ ਸਟੈਂਡਰਡ ਬਣਾਉਂਦੇ, ਫਿਰ ਆਪਾਂ ਐਕਚੁਅਲ ਜੋ ਰਿਜ਼ਲਟ ਆਉਂਦਾ ਉਹਦੇ ਨਾਲ ਕੀ ਕਰਦੇ ਹਾਂ, ਕੰਪੇਅਰ ਕਰਦੇ ਹਾਂ। ਠੀਕ ਹੈ। ਟਾਈਪਸ ਆਫ ਬਜਟ, ਕਿਹੜੀ ਕਿਹੜੀ ਬਜਟ ਕਿੰਨੀਆਂ ਟਾਈਪਸ ਦੀਆਂ ਹੁੰਦੀਆਂ ਨੇ। ਸੇਲਸ ਬਜਟ, ਸੈਲਿੰਗ ਐਂਡ ਡਿਸਟਰੀਬਿਊਸ਼ਨ ਕਾਸਟ ਬਜਟ। ठीक है। प्रोडक्शन बजट, कॉस्ट ऑफ प्रोडक्शन बजट, मटीरियल बजट, डायरेक्ट एंड लेबर बजट, मैन्युफैक्चरिंग ओवरहेड कॉस्ट बजट एंड कैश बजट। ठीक है। अज आप वेरियस टाइप्स ऑफ बजट्स रीड करते हैं ओनली। ठीक है। सेल्स बजट, सेल बजट की होंगे। अ सेल बजट इज़ एन एस्टीमेट ऑफ एक्सपैक्टेड सेल ड्यूरिंग अ बजट पीरियड। आप एस्टीमेट करते हैं कि अपनी किन्नी सेल हो जाएगी। एक्सपेक्टेड पीरियड मतलब whether 1 year, whether 2 year, it's depend upon the organization। ठीक है। a sales budget is known as a nerve center or a backbone of the enterprise। ਆਪਾਂ प्रॉफिट कित्थों आएगा, जिन्नी अपनी मैक्सिमम सेल होएगी, तो सेल अपनी की बैकबोन है enterprise ਦੀ। the degree of accuracy with which sales are estimated will determine the practicability of operating budgets। मतलब ਪ੍ਰੈਕਟੀਕਲੀ ਆਪਾਂ ਨੂੰ ਬਜਟਸ ਬਣਾਉਣਾ ਪੈਂਦਾ ਹੈ ਕਿ ਆਪਾਂ ਨੂੰ ਕਿੰਨੀ ਕੁ ਸੇਲ ਦੀ ਆਪਾਂ ਨੂੰ ਹੈ ਐਕੂਰੇਟ, ਆਪਣੀ ਕਿੰਨੀ ਕੁ ਸੇਲ ਹੋ ਸਕਦੀ ਹੈ, ਤਾਂ ਹੀ ਆਪਾਂ ਉਹਨਾਂ ਪ੍ਰੋਡਕਸ਼ਨ ਆਪਾਂ ਨੂੰ ਅੰਦਾਜ਼ਾ ਹੁੰਦਾ ਕਿ ਹਾਂਜੀ ਆਪਣੇ ਇਹ ਮਾਰਕੀਟ ਦੇ ਵਿੱਚ ਇੰਨੀ ਕੁ ਸੇਲ ਹੋ ਜਾਏਗੀ। ਠੀਕ ਹੈ। ਆਪਾਂ ਨੂੰ ਅੰਦਾਜ਼ਾ ਹੁੰਦਾ, ਉਸ ਦੇ ਅਕੋਰਡਿੰਗ ਆਪਾਂ ਨੂੰ ਬਜਟਸ ਪਲਾਨ ਕਰਨੇ ਚਾਹੀਦੇ ਆ। ਅ ਸੇਲ ਬਜਟ ਇਜ਼ ਦਾ ठीक है। सेल बजट लेज डाउन पोटेंशियल सेल्स फिगर इन वैल्यू एज वैल एज इन क्वांटिटी। अपन सेल बजट एक प्रॉपर एक या तो फिगर्स ਦੇ ਵਿੱਚ ਵੈਲਿਊ ਦੇ ਦਿੰਦਾ ਜਾਂ ਪ੍ਰੋਪਰ ਆਪਾਂ ਨੂੰ ਕੁਆਂਟੀਟੀ ਦੇ ਵਿੱਚ ਦੇ ਦਿੰਦਾ। ਠੀਕ ਹੈ। ਕੰਪਰੀਹੈਂਸਿਵ ਪਲਾਨ ਤੇ ਪ੍ਰੋਗਰਾਮ ਹੈ ਹੋ ਜਾਂਦਾ ਸੇਲ ਡਿਪਾਰਟਮੈਂਟ ਲਈ। ਦ ਸੇਲਸ ਮੈਨੇਜਰ ਇਜ਼ ਮੇਡ ਰਿਸਪੌਂਸਿਬਲ ਫॉर ਪ੍ਰੀਪੇਅਰਿੰਗ ਸੇਲਸ ਬਜਟ। ਸੇਲਸ ਮੈਨੇਜਰ ਹੀ ਸੇਲ ਬਜਟ ਬਣਾਉਂਦਾ ਕਿਉਂਕਿ ਉਸ ਨੂੰ ਹੀ ਜ਼ਿਆਦਾ ਪਤਾ ਹੋਏਗਾ ਕਿ ਕਿੰਨੀ ਕੁ ਮਾਰਕੀਟ ਦੇ ਵਿੱਚ ਸੇਲ ਹੁੰਦੀ ਹੈ। ਠੀਕ ਹੈ। ਮਾਰਕੀਟ ਡਿਪਾਰਟਮੈਂਟ ਤਾਂ ਕਹੇਗਾ, ਪ੍ਰੋਡਕਸ਼ਨ ਡਿਪਾਰਟਮੈਂਟ ਤਾਂ ਕਹੇਗਾ, ਉਹਨੂੰ ਕੋਈ ਸੇਲ ਦੇ ਨਾਲ ਮਤਲਬ ਨਹੀਂ ਹੋਏਗਾ। ਸੇਲ ਵਾਲੇ ਨੂੰ ਦੇਖਣਾ ਪਏਗਾ ਕਿ ਹਾਂਜੀ ਕਿੰਨਾ ਕੁ ਤੁਸੀਂ ਪ੍ਰੋਡਿਊਸ ਕਰੋ, ਕਿਉਂਕਿ ਕਿੰਨੀ ਕੁ ਸੇਲ ਹੁੰਦੀ ਹੈ। ठीक है। ही यूजेज ऑल पॉसिबल इन्फॉर्मेशन अवेलेबल, जिन्नियां भी पॉसिबल इन्फॉर्मेशन वो कलैक्ट कर सकता है, वेदर फ्रॉम इंटरनली वेदर फ्रॉम एक्सटर्नली सोर्सेज वो कलैक्ट करेगा। द फॉलोइंग फैक्टर्स आर टेकन इन टू अकाउंट वाइल प्रिपेयरिंग सेल बजट्स। किहड़े उसनू देखने पैंदे ने फैक्टर्स जो उसने सेल बजट्स बनाने हैं। पास्ट सेल फिगर्स, पहला ਉਹਦੀ प्रीवियस ਕਿੰਨੀਆਂ ਸੇਲਸ ਹੋਈਆਂ ਨੇ। ਅਸੈਸਮੈਂਟ ਐਂਡ ਰਿਪੋਰਟ ਬਾय ਸੇਲਸਮੈਨ ਉਸਨੂੰ ਕੀ ਰਿਪੋਰਟ ਪ੍ਰੋਵਾਈਡ ਕਰ ਰਿਹਾ ਕਿ ਕਿੱਥੇ ਕਿੱਥੇ ਤੁਹਾਡੇ ਪ੍ਰੋਡਕਟ ਸੇਲ ਆਊਟ ਹੋ ਰਹੇ ਹੈ, ਕਿੱਥੇ ਕਿੱਥੇ ਨਹੀਂ ਹੋ ਰਹੇ, ਕਿੰਨਾ ਕੁ ਤੁਹਾਡੇ ਕੋਲ ਰॉ ਮਟੀਰੀਅਲ ਪਿਆ ਹੈ। ਸੀਜ਼ਨੇਬਲ ਫਲਕਚੁਏਸ਼ਨ मतलब ਕੀ ਹੋ ਜਾਂਦਾ ਵੀ ਅੱਜ ਮੈਂਗੋ ਦਾ ਸੀਜ਼ਨ ਹੈ, ਕੱਲ ਫਰਦਰ ਨਹੀਂ ਹੈ, ਅੱਜ ਐਪਲ ਦਾ ਸੀਜ਼ਨ ਹੈ, ਕੱਲ ਨਹੀਂ ਹੈ। ਠੀਕ ਹੈ। ਸੀਜ਼ਨਲ ਫਲਕਚੁਏਸ਼ਨਸ ਵੀ ਹੁੰਦੀਆਂ ਨੇ। ਅਵੇਲੇਬਿਲਿਟੀ, ਕਿੰਨਾ ਤੁਹਾਡੇ ਕੋਲ ਫਾਈਨਾਂਸ ਅਵੇਲੇਬਲ ਹੈ, ਪਲਾਂਟ ਕੈਪੈਸਿਟੀ, ਕਿੰਨਾ ਕੁ ਤੁਹਾਡੇ ਕੋਲ ਮਸ਼ੀਨਰੀ ਤੁਹਾਨੂੰ ਕਿੰਨਾ ਕੁ ਵਰਕ ਕਰ ਰਹੀ ਹੈ, ਕਿੰਨੀ ਕੁ ਤੁਹਾਡੇ ਕੋਲ ਲੈਂਡ ਹੈ ਜੋ ਤੁਸੀਂ ਪ੍ਰੋਡਿਊਸ ਕਰ ਸਕਦੇ ਹੋ ਗੁੱਡ, ਸਾਰਾ ਕੌਣ ਡਿਸਾਈਡ ਕਰੇਗਾ। ਇਹ ਸੇਲ ਬਜਟ ਦੇ ਥਰੂ ਹੀ ਆਪਾਂ ਇੱਕ ਡਿਸਾਈਡ ਕਰਦੇ ਹਾਂ। ठीक है। नेक्स्ट अपना सेलिंग एंड डिस्ट्रीब्यूशन कॉस्ट बजट। सेलिंग एंड डिस्ट्रीब्यूशन कॉस्ट बजट फोरकास्ट द कॉस्ट ऑफ सेलिंग एंड डिस्ट्रीब्यूशन प्रोडक्ट्स। ਹੁਣ ਆਪਾਂ ਸੇਲ ਕਰਦੇ ਹਾਂ, ਡਿਸਟਰੀਬਿਊਟ ਕਰਦੇ ਹਾਂ ਪ੍ਰੋਡਕਟਸ, ਉੱਥੇ ਵੀ ਆਪਣੀ ਕਾਸਟ ਜਨਰੇਟ ਹੁੰਦੀ ਹੈ। ਦ ਬਜਟ ਦਾ ਇੱਕ ਮੇਨ ਮਤਲਬ ਕੀ ਹੈ ਕਿ ਐਵਰੀ ਸਿੰਗਲ, ਜਿਵੇਂ ਸਿੰਗਲ ਪਾਈ ਵੀ ਅਗਰ ਆਪਣੀ ਯੂਜ਼ ਹੋ ਰਹੀ ਹੈ ਨਾ ਤਾਂ ਉਹਦੇ ਵਿੱਚ ਠੀਕ ਹੈ ਸਿੰਗਲ ਪੈਨੀ ਆਫ ਅ ਕੋਇਨ, ਠੀਕ ਹੈ ਆਪਾਂ ਇਨਵੈਸਟ ਕਰ ਰਹੇ ਹਾਂ ਤਾਂ ਦੈਟ ਇਜ਼ ਕੰਸੀਡਰ ਇਨ ਅ ਬਜਟ। ਠੀਕ ਹੈ। ਦ ਬਜਟ ਡਿਪੈਂਡਸ ਅਪੋਨ ਦ ਸੇਲਸ ਬਜਟ। ਇਹ ਵਾਲਾ ਬਜਟ ਕੀਤੇ ਡਿਪੈਂਡ ਹੁੰਦਾ ਸੇਲ ਬਜਟ 'ਤੇ, ਕਿਉਂਕਿ ਜਿੰਨੀ ਆਪਣੀ ਸੇਲ ਹੋਏਗੀ ਉਹ ਤਾਂ ਉੱਥੋਂ ਹੀ ਡਿਸਾਈਡ ਕਰਾਂਗੇ ਨਾ ਕਿ ਕਿੰਨਾ ਆਪਣੀ ਡਿਸਟਰੀਬਿਊਸ਼ਨ ਕੋਸਟ ਆ ਰਹੀ ਹੈ। ਥੀਸ ਐਕਸਪੈਂਸਿਸ ਵਿਲ ਵੇਰੀ ਵਿਦ ਦ ਐਕਸਪੈਕਟਡ ਸੇਲਸ ਫਿਗਰ ਡਿਊਰਿੰਗ ਦ
ਪੀਰੀਅਡ ਜਿੰਨੀ ਆਪਣੀ ਐਕਸਪੈਕਟਡ ਸੇਲਸ ਹੁੰਦੀਆਂ ਨੇ, ਅਗਰ ਆਪਣੀ ਵੈਦਰ 1 ਲੱਖ ਦੀ ਸੇਲ ਐਕਸਪੈਕਟਡ ਹੈ ਤਾਂ ਉਵੇਂ ਹੋਏਗਾ, ਅਗਰ 2 ਲੱਖ ਦੀ ਹੋ ਜਾਏਗੀ ਤਾਂ ਉਵੇਂ ਵੈਰੀ ਹੋ ਜਾਏਗਾ। ਥੀਸ ਐਕਸਪੈਂਸਿਸ ਮੇ ਬੀ ਐਸਟੀਮੇਟਸ ਪਰ ਯੂਨਿਟ ਆਫ ਸੇਲਸ ਔਰ ਸਮ ਪਰਸੈਂਟੇਜ ਔਨ ਸੇਲਸ ਐਕਸੈਕਟਰਾ। ਇੱਥੇ ਆਪਾਂ ਐਸਟੀਮੇਟ ਕਰਦੇ ਹਾਂ ਕਿ ਕਿੰਨੀ ਆਪਾਂ ਨੇ ਯੂਨਿਟ ਸੇਲ ਦੀ ਆਪਾਂ ਸੇਲ ਆਊਟ ਕਰਨੀ ਹੈ ਜਾਂ ਕਿੰਨੀ ਪਰਸੈਂਟੇਜ ਆਪਾਂ ਸੇਲ ਕਰਨੀ ਹੈ, ਉੱਥੋਂ ਆਪਾਂ ਐਸਟੀਮੇਟ ਲਗਾ ਲੈਂਦੇ ਹਾਂ। ਦ ਪਰਸਨਸ ਇਨ ਚਾਰਜ ਆਫ ਸੇਲ ਐਂਡ ਡਿਸਟਰੀਬਿਊਸ਼ਨ ਸ਼ੁੱਡ ਸਿਟ ਟੂਗੇਦਰ ਟੂ ਪ੍ਰੀਪੇਅਰ ਦਿਸ ਬਜਟ। ਇੱਥੇ ਇੰਚਾਰਜ ਨੇ ਸਾਰੇ ਇਕੱਠੇ ਬੈਠਣ ਤੇ ਇਹ ਬਜਟ ਡਿਸਾਈਡ ਕਰਨ। प्रोडक्शन बजट, द प्रोडक्शन बजट इज प्रिपेयर्ड इन रिलेशन टू द सेल्स बजट। ठीक है, प्रोडक्शन बजट प्रिपेयर करते हैं ਆਪਾਂ। ठीक है, द प्रोडक्शन बजट इज़ प्रिपेयर्ड इन रिलेशन टू द सेल बजट। सारा कुछ सेल दे ही अकॉर्डिंग होएगा, सेल वाला ही दसेगा कि तुमने किन्ने प्रोडक्ट ਨੂੰ प्रोड्यूस करना है। वट एवर इज़ टू बी सोल्ड शुड बी प्रोड्यूसड इन अ टाइम सो दैट इट इज़ डिलीवर्ड टू द कस्टमर। जो भी ਆਪਾਂ ਨੇ ਵੇਚਣਾ ਹੈ ਉਹ ਆਪਾਂ ਨੂੰ ਪ੍ਰੋਡਿਊਸ ਪਹਿਲਾਂ ਕਰਨਾ ਪਏਗਾ ਤਾਂ ਕਿ ਆਪਾਂ ਕਸਟਮਰਸ ਨੂੰ ਡਿਲੀਵਰ ਕਰ ਸਕੀਏ। ਇਟ ਇਜ਼ ਅ ਫੋਰਕਾਸਟ ਆਫ ਦ ਪ੍ਰੋਡਕਸ਼ਨ ਫॉर द बजट पीरियड। ਇੱਕ ਫੋਰਕਾਸਟ ਹੁੰਦਾ। ठीक है, प्रोडक्शन बजट इज प्रिपेयर्ड फॉर द नंबर ऑफ यूनिट टू बी प्रोड्यूस्ड एंड ऑल्सो फॉर द कॉस्ट टू बी इनकर्ड ऑन मटीरियल लेबर एंड फैक्ट्री ओवरहेड्स। ये देखते हैं कि किन्ना अपने यूनिट प्रोड्यूस करनी ने तो किन्ने अपने खर्चा आएगा रॉ मटीरियल ते, लेबर ते, फैक्ट्री ओवरहेड ते। टू इंपॉर्टेंट कंसीडरेशनस इनवॉल्वड इन द प्रिपरेशन ऑफ प्रोडक्शन बजट, वट इज टू बी प्रोड्यूस, की प्रोड्यूस करना है तो कदों प्रोड्यूस करना है। ठीक है, तो इतने स्टेजिस प्रोडक्शन प्लैनिंग, कंसीडरेशन ऑफ प्लांट कैपेसिटी, स्टॉक क्वांटिटी अपने किन्नी रखनी है तो किन्नी बेचनी है, सेल बजट किन्नी अपनी सेल होएगी तो उसके अकॉर्डिंग अपने अपना बजट ਨੂੰ फॉर्म करना है। नैक्सट की अपना कॉस्ट ऑफ प्रोडक्शन बजट। द प्रोडक्शन बजट डिटरमाइन द नंबर ऑफ यूनिट्स टू बी प्रोड्यूस्ड। प्रोडक्शन बजट अपन दस देगा कि अपने वैदर अपने 1 लाख यूनिट प्रोड्यूस करनी है, किन्नी यूनिट प्रोड्यूस करनी है। वैन दीज यूनिट्स आर कन्वर्टिड इंटू मोनेटरी टर्म्स, फिर आप ये यूनिट्स ਨੂੰ ਆਪਾਂ कन्वर्ट करांगे मोनेटरी टर्म्स। मतलब की होएगा भी सपोज अपनी 1 यूनिट ਨੂੰ बनाने लिए अपना 10 रुपये का खर्चा हो रहा है तो किन्नी कॉस्ट आ गई अपनी 10 लाख कॉस्ट आ गई। ठीक है, वैन दीज यूनिट्स आर कन्वर्टेड इट बिकम्स अ कॉस्ट ऑफ प्रोडक्शन बजट। इन्नी अपनी कॉस्ट अपनी मतलब होएगी। द कॉस्ट ऑफ प्रोडक्शन बजट इज़ द टोटल अमाउंट टू बी स्पेंट ऑन प्रोड्यूसिंग द यूनिट स्टिपुलेटेड इन द प्रोडक्शन बजट। मतलब प्रोडक्शन बजट ਦੇ ਵਿੱਚ ਇੰਨੀ ਆਪਾਂ ਨੂੰ ਕੋਸਟ ਸਪੈਂਡ ਕਰਨੀ ਪਏਗੀ ਅਗਰ ਆਪਾਂ ਨੇ ਪ੍ਰੋਡਕਟ ਨੂੰ ਪ੍ਰੋਡਿਊਸ ਕਰਨਾ ਹੈ। ਦ ਫਿਜ਼ੀਕਲ ਯੂਨਿਟਸ ਆਰ ਬ੍ਰੋਕਨ ਇਨਟੂ ਐਲੀਮੈਂਟਸ। ਮਤਲਬ ਫਿਜ਼ੀਕਲ ਯੂਨਿਟਸ ਜਿਹੜੀਆਂ ਮਟੀਰੀਅਲ, ਕੁਆਂਟਿਟੀ, ਲੇਬਰ, ਟਾਈਮ, ਮੈਨੂਫੈਕਚਰਿੰਗ ਓਵरहेड्स ਇਹ ਵੀ कंसीडर कर दे। द मटीरियल कॉस्ट, लेबर, ओवरहेड रिक्वायर्ड फॉर मैन्युफैक्चरिंग आर टोटल टुगेदर टू मेक इट। ये भी आप इंक्लूड करते हैं तो अपनी कॉस्ट ऑफ प्रोडक्शन आप लेबर भी आप इंक्लूड करते हैं अपनी, ताई अपनी कॉस्ट ऑफ प्रोडक्शन बजट बनता है। मटीरियल बजट, द मटीरियल बजट इज़ कंसर्न विद डिटरमाइनिंग द क्वांटिटी ऑफ अ रॉ मटीरियल रिक्वायर्ड फॉर प्रोडक्शन। मटीरियल बजट आप ਉੱਥੋਂ ਵੀ ਕਿੰਨੀ ਆਪਾਂ ਨੂੰ ਹੁਣ ਆਪਾਂ 1 ਲੱਖ ਯੂਨਿਟ ਬਣਾਉਣੀ ਹੈ ਤਾਂ 1 ਲੱਖ ਯੂਨਿਟ ਨੂੰ ਬਣਾਉਣ ਲਈ ਆਪਾਂ ਨੂੰ ਕਿੰਨਾ ਮਟੀਰੀਅਲ ਰਿਕੁਆਇਰਡ ਹੈ ਤੇ ਉਸਦੀ ਕਾਸਟ ਕੀ ਆਏਗੀ। ਦ ਪ੍ਰੋਗਰਾਮ ਫॉर परचेजिंग रॉ मटीरियल इज एडजस्टेड अकॉर्डिंग टू द प्रोडक्शन बजट कि जिन्ना ਆਪਾਂ ਨੇ ਪ੍ਰੋਡਿਊਸ ਕਰਨਾ ਹੈ ਉਵੇਂ ਉਹ ਪ੍ਰੋਗਰਾਮ ਨੂੰ ਐਡਜਸਟ ਕਰਨਗੇ ਕਿ ਤੁਹਾਨੂੰ ਰॉ ਮਟੀਰੀਅਲ ਕਿੰਨਾ ਕੁ ਪਰਚੇਜ਼ ਕਰਨਾ ਹੈ, ਕਦ ਪਰਚੇਜ਼ ਕਰਨਾ ਹੈ। The materials are purchased as per the requirements of production department. Materials उन्ना ही परचेज करते हैं जिन्नी रिक्वायर होंगी है प्रोडक्शन डिपार्टमेंट ਨੂੰ। द रिक्वायरमेंट्स ऑफ मटीरियल आर डिटरमाइंड प्रोडक्ट वाइज। द ਆਪਾਂ प्रोडक्ट वाइज ਦੀ ਹੀ रिक्वायरमेंट ਹੁਣ ऑब्वियसली वॉचेस बनाने लिए अलग मटीरियल रिक्वायर होएगा, सीमेंट बनाने लिए अलग मटीरियल रिक्वायर होएगा। द रेट ऑफ कंजम्पशन ऑफ रॉ मटीरियल इज़ ऑल्सो डिटरमाइंड कि कितना ਆਪਾਂ ਨੇ रॉ मटीरियल ਨੂੰ कंज्यूम करना ਉਹ ਵੀ ਆਪਣਾ ਇੱਥੇ डिटरमाइन ਕਰਦੇ ਆ। द नंबर ऑफ यूनिट्स टू बी प्रोड्यूस्ड मल्टीप्लाइड बाय द रेट ऑफ कंजम्पशन। ठीक है, नंबर ऑफ यूनिट्स आप किन्नी प्रोड्यूस करनी है फिर उन्होंने आप मल्टीप्लाई करते हैं कि रेट ऑफ कंजम्पशन किन्ना है। रॉ मटीरियल रिक्वायर्ड फॉर प्रोड्यूसिंग 1 यूनिट, इतने आएगा अपना 1 यूनिट टू प्रोड्यूस करने लिए अपन कितना रॉ मटीरियल जरूरत है। विल गिव द फिगर ऑफ मटीरियल रिक्वायर्ड, इतने अपन पता चल जाएगा कि अपन मटीरियल कितना रिक्वायर है। द स्टॉक ऑफ मटीरियल रिक्वायर्ड इन हैंड एट एनी टाइम आर एडिड टू द मटीरियल रिक्वायर्ड फॉर प्रोडक्शन। किन्ना अपने ਆਪਾਂ ਨੂੰ ਰਿਕੁਆਇਰ ਆਪਣੇ ਹੱਥ ਦੇ ਵਿੱਚ ਕਿੰਨਾ ਮਟੀਰੀਅਲ ਹੋਵੇ ਐਟ ਅ ਟਾਈਮ। ਠੀਕ ਹੈ, ਦਾ ਓਪਨਿੰਗ ਸਟਾਕ ਆਫ ਮਟੀਰੀਅਲ ਇਜ਼ ਡਿਟੈਕਟਡ ਫਰੋਮ ਦ ਫਿਗਰਸ ਡਿਟਰਮਾਈਨਡ ਐਜ਼ ਅਬਵ। ਜਿੰਨਾ ਆਪਣੇ ਕੋਲ ਓਪਨਿੰਗ ਸਟਾਕ ਪਿਆ ਹੈ, ਠੀਕ ਹੈ, ਉਹ ਆਪਾਂ ਇਸ ਦੇ ਵਿੱਚੋਂ ਆਪਾਂ ਡਿਟੈਕਟ ਕਰ ਦਿੰਦੇ ਹਾਂ। ਇਨ ਦਿਸ ਵੇ ਦ ਰਿਕੁਆਇਰਮੈਂਟਸ ਆਫ ਮਟੀਰੀਅਲ ਇਜ਼ ਇਨ ਯੂਨਿਟਸ ਵਿਲ ਬੀ ਡਿਟਰਮਾਈਨਡ।
ਫਿਰ ਆਪਾਂ ਨੂੰ ਯੂਨਿਟਸ ਦੇ ਵਿੱਚ ਆਪਣੇ ਕੋਲ ਪੈਸਾ ਆ ਜਾਂਦਾ। ਪਹਿਲਾਂ ਆਪਾਂ ਕੀ ਕਰਦੇ ਹਾਂ, ਠੀਕ ਹੈ, ਪਹਿਲਾਂ ਆਪਾਂ ਦੇਖਦੇ ਹਾਂ ਕਿ ਨੰਬਰ ਆਫ ਯੂਨਿਟਸ ਆਪਾਂ ਨੇ ਕਿੰਨੇ ਪ੍ਰੋਡਿਊਸ ਕਰਨੇ ਆ, ਠੀਕ ਹੈ, ਨੰਬਰ ਆਫ ਯੂਨਿਟਸ, ਫਿਰ ਆਪਾਂ ਉਸ ਨੂੰ ਮਲਟੀਪਲਾਈ ਕਰਦਾ ਰੇਟ ਆਫ ਕੰਜ਼ੰਪਸ਼ਨ, ਫਿਰ ਆਪਣੇ ਕੋਲ ਆ ਜਾਂਦੀ ਹੈ ਕਿ ਇੱਕ ਯੂਨਿਟ ਨੂੰ ਬਣਾਉਣ ਲਈ ਆਪਾਂ ਨੂੰ ਕਿੰਨਾ ਮਟੀਰੀਅਲ ਦੀ ਜ਼ਰੂਰਤ ਹੈ। ਫਿਰ ਆਪਾਂ ਦੇਖਦੇ ਹਾਂ ਆਪਣੇ ਕੋਲ ਕਿੰਨਾ ਮਟੀਰੀਅਲ ਆਪਾਂ ਨੂੰ ਇਨ ਹੈਂਡ ਰਿਕੁਆਇਰਡ ਹੈ। ਫਿਰ ਆਪਾਂ ਓਪਨਿੰਗ ਸਟਾਕ ਨੂੰ ਮਟੀਰੀਅਲ ਨੂੰ ਉਹਦੇ ਵਿੱਚੋਂ deduct ਕਰ ਦਿੰਦੇ ਹਾਂ। In this way the requirement of materials in unit will be determined. The unit of material required multiplied by the rate per unit of raw material will give it material required, ਕਿੰਨਾ ਆਪਾਂ ਨੂੰ ਮਟੀਰੀਅਲ ਰਿਕੁਆਇਰਡ ਹੈ, ਉਸ ਤੋਂ ਆਪਾਂ ਮਲਟੀਪਲਾਈ ਕਰਦੇ ਰੇਟ ਆਫ ਪਰ ਯੂਨਿਟ ਰॉ ਮਟੀਰੀਅਲ, ਕਿੰਨਾ ਰੇਟ ਹੈ ਰॉ ਮਟੀਰੀਅਲ ਦਾ ਇੱਕ ਜਿਹਦਾ, ਤਾਂ ਆਪਣੇ ਕੋਲ ਮਟੀਰੀਅਲ ਕੋਸਟ ਆ ਜਾਂਦੀ ਹੈ। ਦ ਰॉ ਮਟੀਰੀਅਲ ਬਜਟਸ ਵਿਲ ਸਰਵ ਦ ਫੋਲੋਇੰਗ ਪ੍ਰੋਸੈਸ, ਕੀ ਪ੍ਰੋਸੈਸ ਇਹ ਫੋਲੋ ਅਪ ਕਰਦੇ ਆ। The purchase department will be able to plan the purchase of raw material at different time, ਕਿਉਂਕਿ purchase department ਨੇ ਹੀ raw material ਨੂੰ plan ਕਰਨਾ ਹੁੰਦਾ ਹੈ ਕਿ ਤੁਸੀਂ ਕਦ ਕਿਵੇਂ purchase ਕਰਨਾ ਹੈ ਡਿਫਰੈਂਟ ਟਾਈਮ ਦੇ ਉੱਤੇ। It will enable the fixation of minimum stock level, maximum stock level and reordering level। ਇੱਕ ਫਿਕਸ ਕਰ ਦਿੰਦੀ ਹੈ ਕਿ ਕਿੰਨਾ ਆਪਾਂ ਨੇ ਮਿਨੀਮਮ ਰੱਖਣਾ ਲੈਵਲ, ਕਿੰਨਾ ਆਪਣੇ ਕੋਲ ਮੈਕਸਿਮਮ ਸਟਾਕ ਲੈਵਲ, ਕਿੰਨਾ ਆਪਾਂ ਨੇ ਫਿਰ ਰੀਆਰਡਰ ਕਰਨਾ ਹੈ, ਠੀਕ ਹੈ, ਸਾਰਾ ਮਟੀਰੀਅਲ ਕਾਸਟ ਮਟੀਰੀਅਲ ਬਜਟ ਵਾਲੇ ਹੀ ਦੇਖਦੇ हैं। ਦ ਰॉ ਮਟੀਰੀਅਲਸ ਪਰਚੇਜ਼ ਬਜਟ ਵਿਲ ਬੀ ਡਿਟਰਮਾਈਨਡ, ਕਿੰਨਾ ਆਪਾਂ ਨੇ ਪਰਚੇਜ਼ ਕਰਨਾ ਉਹ ਆਪਾਂ ਡਿਟਰਮਾਈਨ ਕਰਦੇ ਹਾਂ। ਦ ਬਜਟਡ ਕਾਸਟ ਆਫ ਰॉ ਮਟੀਰੀਅਲ ਵਿਲ ਬੀ ਡਿਟਰਮਾਈਨਡ, ਕਿੰਨਾ ਆਪਣਾ ਰॉ ਮਟੀਰੀਅਲ ਦਾ ਬਜਟ ਪਏਗਾ ਉਹ ਵੀ ਆਪਾਂ ਡਿਟਰਮਾਈਨ ਕਰਦੇ ਹਾਂ। ਕਿੰਨਾ ਪਰਚੇਜ਼ ਕਰਨਾ ਹੈ, ਕਿੰਨੇ ਰੁਪਏ ਦਾ ਪਰਚੇਜ਼ ਕਰਨਾ ਹੈ, ਕਿੰਨਾ ਸਟਾਕ ਰੱਖਣਾ ਹੈ, ਕਿੰਨਾ ਜ਼ਿਆਦਾ ਸਟਾਕ ਹੈ, ਕਦ ਰੀਆਰਡਰ ਕਰਨਾ ਹੈ, ਕਿਵੇਂ ਪਰਚੇਜ਼ ਕਰਨਾ ਹੈ, ਕਿੱਥੋਂ ਪਰਚੇਜ਼ ਕਰਨਾ, ਦੈਟ ਇਜ਼ ਆਲ ਕੰਸੀਡਰ ਇਨ ਅ ਮਟੀਰੀਅਲ ਬਜਟ। ਓਕੇ, ਨੈਕਸਟ ਡਾਇਰੈਕਟ ਲੇਬਰ ਬਜਟ, ठीक है। द लेबर रिक्वायर्ड फॉर प्रोडक्शन में बी क्लासीफाइड इनटू डायरैक्ट एंड इनडायरैक्ट लेबर। ਆਪਾਂ ਨੂੰ ਡਾਇਰੈਕਟ ਲੇਬਰ ਚਾਹੀਦੀ ਹੈ, ਇਨਡਾਇਰੈਕਟ ਲੇਬਰ ਚਾਹੀਦੀ ਹੈ। ਦ ਲੇਬਰ ਰਿਕੁਆਇਰਡ ਫॉर ਮੈਨੂਫੈਕਚਰਿੰਗ ਦ ਪ੍ਰੋਡਕਟ ਇਜ਼ ਨੋਨ ਐਜ਼ ਡਾਇਰੈਕਟ ਲੇਬਰ, ਠੀਕ ਹੈ। ਇੱਕ ਪ੍ਰੋਡਕਟ ਨੂੰ ਮੈਨੂਫੈਕਚਰ ਕਰਨ ਲਈ ਜੋ ਲੇਬਰ ਆਪਾਂ ਨੂੰ ਰਿਕੁਆਇਰ ਹੁੰਦੀ ਹੈ, ਸਪੋਜ਼ ਆਪਾਂ ਨੇ ਕੋਈ ਪ੍ਰੋਡਕਟ ਬਣਾਉਣਾ ਹੈ, ਆਪਣੇ ਫਰਨੀਚਰ ਦਾ ਕੰਮ ਹੈ, ਆਪਾਂ ਨੇ ਟੇਬਲ ਚੇਅਰ ਬਣਾਉਣਾ ਹੈ, ਠੀਕ ਹੈ, ਟੇਬਲ ਚੇਅਰ ਬਣਾਉਣ ਲਈ ਆਪਾਂ ਨੂੰ ਜੋ ਲੇਬਰ ਲੱਗ ਰਹੀ ਹੈ ਆਪਣੀ, ਤਾਂ ਦੈਟ ਇਜ਼ ਲੇਬਰ ਆਪਣੀ ਡਾਇਰੈਕਟ ਲੇਬਰ। ਦ ਲੇਬਰ ਵਿਚ ਕੈਨੋਟ ਬੀ ਸਪੈਸੀਫਿਕ ਵਿਦ ਪ੍ਰੋਡਕਸ਼ਨ ਇਜ਼ ਕਾਲ, ਜੋ ਪ੍ਰੋਡਕਸ਼ਨ ਲਈ ਨਹੀਂ ਹੈ ਸਪੈਸੀਫਿਕ, ठीक है, दैट इज़ नॉन एज इनडायरैक्ट लेबर। दो टू बजट्स में बी प्रिपेयर्ड फॉर डायरैक्ट, तो दो बजट्स बनाए जाते हैं फॉर डायरैक्ट एंड फॉर इनडायरैक्ट। But from costing point of view, only direct labor budget is prepared because indirect labor is part of manufacturing overheads। जो अपनी अगर ਆਪਾਂ मैन्युफैक्चरिंग पॉइंट्स ਤੇ ਦੇਖੀਏ, बजट ਦੇ पॉइंट ਤੇ ਦੇਖੀਏ, ਆਪਾਂ ਸਿਰਫ डायरैक्ट लेबर ਦਾ बजट ਬਣਾਉਂਦੇ ਹਾਂ, ਕਿਉਂਕਿ ਜਿਹੜਾ ਆਪਣਾ इनडायरैक्ट लेबर ਹੁੰਦੀ ਹੈ ਉਹ मैन्युफैक्चरिंग ओवरहेड ਦੇ ਵਿੱਚ ਆ ਜਾਂਦੀ ਹੈ, ठीक है। The labor content of each item is determined in terms of grades of workers required as per production budget। The labor time needed for each job process and operation is determined with the help of time and motion study। ਕਿੰਨਾ ਇੱਕ motion time and motion study ਤੁਸੀਂ +1 +2 ਦੇ ਵਿੱਚ ਪੜ੍ਹਿਆ ਹੋਣਾ ਹੈ ਨਾ, ਕਿ ਆਪਾਂ ਨੂੰ ਕਿਵੇਂ ਆਪਾਂ ਲੇਬਰ ਦੀ ਡਿਸਾਈਡ ਕਰਦੇ ਹਾਂ, ਕਿੰਨਾ ਟਾਈਮ ਕਿਹੜੇ ਲੇਬਰ ਨੂੰ ਰਿਕੁਆਇਰਡ ਹੈ, ਕਿੰਨਾ ਆਪਣਾ ਪੈਸਾ ਲੱਗੇਗਾ, ਉਹਦੇ ਵਿੱਚ ਆਪਾਂ ਸਭ ਨੋਟ ਡਾਊਨ ਕਰਦੇ ਹਾਂ। ਦ ਰੇਟਸ ਆਫ ਪੇ ਇਨਕਲੂਡਿੰਗ ਆਲ, ਜਿੰਨਾ ਵੀ ਆਪਾਂ ਉਹਨਾਂ ਨੂੰ ਪੇ ਕਰਨਾ ਹੈ, ਅਲਾਊਂਸਿਸ ਦੇਣੇ ਨੇ, ਤਾਂ ਸਾਰਾ ਲੇਬਰ ਟਾਈਮ ਦੇ ਨਾਲ ਆਪਾਂ ਮਲਟੀਪਲਾਈ ਕਰਕੇ, ਕਿ ਲੇਬਰ ਟਾਈਮ ਅਗਰ ਉਹ ਲੇਬਰ ਦੇ ਰਹੇ ਨੇ 12 ਘੰਟਿਆਂ ਦੀ, ਠੀਕ ਹੈ, ਉਹਦਾ ਕਿੰਨਾ ਆਪਾਂ ਉਹਨਾਂ ਨੂੰ ਪੇ ਕਰ ਰਹੇ ਹਾਂ, ਕਿੰਨੇ ਆਪਾਂ ਉਹਨਾਂ ਨੂੰ ਅਲਾਊਂਸਿਸ ਦੇ ਰਹੇ ਹਾਂ, ਸਭ ਕੰਸੀਡਰ ਕਰਦੇ ਹਾਂ। ਇਫ ਲੇਬਰ ਇਨਸੈਂਟਿਵ ਸਕੀਮਸ ਆਰ ਇਨ ਆਪਰੇਸ਼ਨ ਦੈਨ ਲੇਬਰ ਰੇਟਸ ਸ਼ੁੱਡ ਬੀ ਸੁਟੇਬਲ ਇਨਕਰੀਜ਼ਡ। ਅਗਰ ਆਪਾਂ ਲੇਬਰ ਇਨਸੈਂਟਿਵ ਸਕੀਮਸ ਚਲਾ ਰਹੇ ਹਾਂ, ਮਤਲਬ ਲੇਬਰ ਤੋਂ ਹੀ ਕੰਮ ਕਰਵਾ ਰਹੇ ਹਾਂ, ਤਾਂ ਉਹਨਾਂ ਦੇ ਇਨਸੈਂਟਿਵਸ ਵੀ ਆਪਾਂ ਨੂੰ ਇਨਕਰੀਜ਼ ਕਰਦੇ ਰਹਿੰਦੇ। ਇਫ ਪੀਸ ਰੇਟ ਸਿਸਟਮ ਫॉर ਪੇਇੰਗ ਵੇजेस ਇਜ਼ ਇਨ ਆਪਰੇਸ਼ਨ ਦੈਨ ਲੇਬਰ ਕਾਸਟ ਵਿਲ ਬੀ ਕੈਲਕੂਲੇਟਡ ਬਾਈ ਮਲਟੀਪਲ ਬਜਟ ਯੂਨਿਟ ਬਾਈ ਦ ਲੇਬਰ। ਅਗਰ ਆਪਾਂ ਪੀਸ ਰੇਟ ਸਿਸਟਮ ਕਰਦੇ ਹਾਂ ਕਿ ਜਿੰਨੇ ਤੁਸੀਂ ਪੀਸਿਸ ਬਣਾਏ ਉਹਨਾਂ ਤੁਹਾਡੇ ਕੋਲ ਪੈਸਾ, ਠੀਕ ਹੈ, ਤਾਂ ਆਪਾਂ ਉਵੇਂ ਬਜਟ ਡਿਸਾਈਡ ਕਰਦੇ ਹਾਂ। ਲੇਬਰ ਬਜਟ ਇਜ਼ ਯੂਜ਼ਫੁਲ ਫॉर ਐਂਟੀਸੀਪੇਟਿੰਗ ਲੇਬਰ ਟਾਈਮ ਰਿਕੁਆਇਰਡ ਫॉर ਪ੍ਰੋਡਕਸ਼ਨ। ਇਹਦੇ ਵਿੱਚ ਆਪਾਂ ਲੇਬਰ ਬਜਟ ਨੂੰ ਕਰਕੇ ਆਪਾਂ ਇਹ ਡਿਸਾਈਡ ਕਰ ਲੈਂਦੇ ਹਾਂ ਕਿ ਕਿੰਨਾ ਇੱਕ ਪ੍ਰੋਡਕਟ ਨੂੰ ਬਣਾਉਣ ਲਈ ਕਿੰਨੇ ਆਪਣੇ ਲੇਬਰ ਦਾ ਕਿੰਨਾ ਟਾਈਮ ਲੱਗੇਗਾ। ਇਟ ਆਲਸੋ ਹੈਲਪਸ ਇਨ ਡਿਟਰਮਾਈਨਿੰਗ ਦ ਫਾਈਨੈਂਸਿਸ ਰਿਕੁਆਇਰਡ ਫॉर ਲੇਬਰ, ਕਿੰਨਾ ਖਰਚਾ ਹੋਏਗਾ ਆਪਣਾ ਲੇਬਰ 'ਤੇ। ਦ ਪਰਸੋਨਲ ਡਿਪਾਰਟਮੈਂਟ ਇਜ਼ ਆਲਸੋ ਏਬਲ ਟੂ ਮੇਕ ਅਰੇਂਜਮੈਂਟਸ ਫॉर ਰਿਕਰੂਟਮੈਂਟ ਆਫ ਵਰਕਰਸ। ਤਾਂ ਇਹ ਸਾਰਾ ਕੁਝ ਕੌਣ ਡਿਸਾਈਡ ਕਰਦਾ? ਪਰਸੋਨਲ ਡਿਪਾਰਟਮੈਂਟ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਆਪਾਂ ਡਿਸਾਈਡ ਕਰਦੇ ਹਾਂ ਕਿ ਕਿੰਨੀ ਉਸਨੂੰ ਵਰਕਰਸ ਦੀ ਰਿਕੁਆਇਰਮੈਂਟ ਹੈ। ਓਕੇ, ਨੈਕਸਟ ਹੈ ਮੈਨੂਫੈਕਚਰਿੰਗ ਓਵਰਹੈਡ ਕਾਸਟ ਬਜਟ। ਇੱਕ ਸੈਕਿੰਡ, the manufacture overhead cost is that part of works cost which arises from indirect labor। अपन ने पढ़ा से ना ऊपर indirect labor तो ही मैन्युफैक्चरिंग ओवरहेड्स पढ़ते हैं ना। वी आर डिस्कसिंग अबाउट मैन्युफैक्चरिंग ओवरहेड कॉस्ट बजट, ठीक है।
arises from indirect labor, indirect materials, overhead, and other factory expenses. Manufacturing cost is excluded from direct materials and direct labor. Direct material ਤੇ direct labor ਦੇ ਵਿੱਚੋਂ ਆਪਾਂ manufacturing cost ਨੂੰ ਕੀ ਕਰ ਦਿੰਦੇ ਹਾਂ, exclude ਕਰ ਦਿੰਦੇ ਹਾਂ, minus ਕਰ ਦਿੰਦੇ ਹਾਂ। manufacturing overhead cost may be classified into ਦੋ cost ਦੇ ਵਿੱਚ fixed cost ਜਿਹੜਾ ਆਪਣਾ ਖਰਚਾ ਆਣਾ ਹੀ ਆਣਾ ਹੈ, ਠੀਕ ਹੈ, variable cost and semi-variable cost. The fixed works overhead cost remains constant irrespective of output and it is estimated on the basis of past experience. Fixed cost है ਉਹ ਆਪਣੀ ਕੱਲ ਵੀ ਹੋਈ ਸੀ ਅੱਜ ਵੀ ਹੋਈ ਹੈ ਤਾਂ ਆਪਾਂ past experience ਤੋਂ ਆਪਾਂ generate ਕਰ ਸਕਦੇ ਹਾਂ। The variable works overhead cost is determined per unit of cost and is calculated by multiplying variable ਜੋ change ਹੁੰਦੀ ਰਹਿੰਦੀ ਹੈ ਉਹ ਆਪਾਂ ਕਿਵੇਂ determine ਕਰਦੇ ਹਾਂ per unit of cost is calculated by ਕਿਵੇਂ ਆਪਾਂ ਕਰਦੇ ਹਾਂ ਮਲਟੀਪਲਾਈ ਕਰਦੇ ਹਾਂ ਰੇਟ ਪਰ ਯੂਨਿਟ, ਇੱਕ ਯੂਨਿਟ ਦਾ ਕਿੰਨਾ ਰੇਟ ਹੈ ਤੇ ਕਿੰਨਾ ਆਪਾਂ ਨੇ ਬਜਟ ਬਣਾਇਆ ਹੈ। ਤੇ ਸੈਮੀ ਵੇਰੀਏਬਲ ਕਾਸਟ ਇਨਕਰੀਜ਼ਿਜ਼ ਵਿਦ ਦ ਇਨਕਰੀਜ਼ ਇਨ ਆਊਟਪੁੱਟ। ਜਿੰਨੀ ਆਪਣੀ ਆਊਟਪੁੱਟ ਇਨਕਰੀਜ਼ ਹੋਏਗੀ ਉਨੀ ਆਪਣੀ ਸੈਮੀ ਵੇਰੀਏਬਲ ਕਾਸਟ ਵੀ ਇਨਕਰੀਜ਼ ਹੁੰਦੀ ਹੈ ਬਟ ਦ ਰੇਟ ਪਰ ਯੂਨਿਟ ਡਿਕਰੀਜ਼ਿਜ਼ ਵਿਦ ਦ ਇਨਕਰੀਜ਼ ਇਨ ਇਨਪੁੱਟ, ਠੀਕ ਹੈ। ਠੀਕ ਹੈ, ਵਾਈਲ ਬਜਟਿੰਗ ਮੈਨੂਫੈਕਚਰਿੰਗ ਓਵਰਹੈਡ ਕੋ ਜਦੋਂ ਆਪਾਂ ਇਹਨੂੰ ਮੈਨੂਫੈਕਚਰ ਕਰਦੇ ਹਾਂ ਓਵਰਹੈਡ ਕਾਸਟ ਦਾ ਬਜਟ ਬਣਾਉਂਦੇ ਹਾਂ ਤਾਂ ਆਪਾਂ ਨੂੰ ਆਪਣੀ ਪਾਸਟ ਐਕਟੀਵਿਟੀਜ਼ ਨੂੰ ਪ੍ਰੋਪਰ ਦੇਖਣਾ ਚਾਹੀਦਾ ਕਿ ਤਾਂ ਕਿ ਆਪਾਂ ਫਿਊਚਰ ਗੋਲਸ ਨੂੰ ਅੱਛੇ ਤਰੀਕੇ ਨਾਲ ਅਚੀਵ ਕਰ ਸਕੀਏ ਅਤੇ ਕੁਛ ਜਿਹੜੇ ਆਪਣੇ ਸੋ ਦੈਟ ਐਕਸਪੈਂਸਿਸ ਆਰ ਐਸਟੀਮੇਟਡ ਐਕੂਰੇਟਲੀ ਤਾਂ ਵੀ ਜੋ ਆਪਣੇ ਐਕਸਪੈਂਸਿਸ ਐਕੂਰੇਟਲੀ ਆਪਾਂ ਉਸਨੂੰ ਕੰਸੀਡਰ ਕਰ ਸਕੀਏ। ਲਾਸਟ ਹੈ ਆਪਣਾ ਕੈਸ਼ ਬਜਟ। Cash budget is an estimate of cash receipts and disbursements during a future period of time ਕਿ ਆਪਾਂ ਨੂੰ ਕਿੰਨੀਆਂ ਆਪਾਂ ਨੂੰ ਕੈਸ਼ ਰਿਸੀਟਸ ਹੋਣਗੀਆਂ, ਕਿੰਨੀਆਂ ਆਪਣੇ ਡਿਸਪਰਸਮੈਂਟਸ ਹੋਣ, ਕਿੰਨਾ ਆਪਾਂ ਨੂੰ ਰਿਸੀਟਸ ਹੋਣਾ, ਕਿੰਨੀਆਂ ਆਪਣੇ ਡਿਸਪਰਸਮੈਂਟਸ ਅੱਗੇ ਪੇਮੈਂਟ ਕਰਨੀਆਂ ਨੇ। ਓਕੇ, ਇਟ ਪ੍ਰੋਸੀਡਸ ਵੇਰੀਅਸ ਅਦਰ ਬਜਟਸ ਲਾਈਕ ਮਟੀਰੀਅਲ ਬਜਟ, ਇਹ ਵੀ ਅੱਗੇ ਅਦਰ ਫਰਦਰ ਮਟੀਰੀਅਲਸ ਬਜਟ ਬਣਾਉਂਦਾ, ਲੇਬਰ ਬਜਟ, ਓਵਰਹੈਡ ਕਾਸਟ ਬਜਟ, ਕੈਪੀਟਲ ਐਕਸਪੈਂਡੀਚਰ ਬਜਟ, ਰਿਸਰਚ ਐਂਡ ਡਿਵੈਲਪਮੈਂਟ ਬਜਟ, ਇਹ ਸਭ ਇਹਦੇ ਵਿੱਚ ਕੈਸ਼ ਬਜਟ ਦੇ ਵਿੱਚ ਆਪਾਂ ਇਨਕਲੂਡ ਕਰ ਦਿੰਦੇ ਹਾਂ। ਇਟ ਇਜ਼ ਐਨ ਐਨਾਲਾਈਜ਼ ਆਫ ਫਲੋ ਆਫ ਕੈਸ਼ ਇਨ ਅ ਬਿਜ਼ਨਸ ਓਵਰ ਅ ਫਿਊਚਰ ਸ਼ਾਰਟ ਔਰ ਲੌਂਗ ਪੀਰੀਅਡ ਆਫ ਟਾਈਮ। ਇੱਥੋਂ ਆਪਾਂ ਐਨਾਲਾਈਜ਼ ਕਰਦੇ ਹਾਂ ਕਿ ਕਿੰਨਾ ਆਪਣਾ ਕੈਸ਼ ਫਲੋ ਕਰੇਗਾ ਬਿਜ਼ਨਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਵੀ, ਠੀਕ ਹੈ। ਇਟ ਇਜ਼ ਅ ਫੋਰਕਾਸਟ ਆਫ ਐਕਸਪੈਕਟਡ ਕੈਸ਼ ਇਨਟੇਕ ਐਂਡ ਆਊਟਲੇ, ਮਤਲਬ ਕਿੰਨਾ ਆਪਣੇ ਕੋਲ ਪੈਸਾ ਆਏਗਾ ਅਤੇ ਕਿੰਨਾ ਆਪਣੇ ਕੋਲ ਪੈਸਾ ਜਾਏਗਾ, ਇਹਦੇ ਵਿੱਚ ਆਪਾਂ ਸਾਰਾ ਕੈਸ਼ ਬਜਟ ਦੇ ਵਿੱਚ ਹੀ ਦੇਖਦੇ ਹਾਂ। The cash receipts from various sources are anticipated. The estimated cash collections from sale, debts, bills receivable, interest, dividends, and other incomes and sales of investment and other assets will be taken into account. ਇਹ ਸਾਰੇ ਆਪਣੇ ਕਰੰਟ ਐਸੈਟਸ, ਠੀਕ ਹੈ, ਜਿੰਨੇ ਵੀ ਆਪਣੇ ਬਿਲਸ ਰਿਸੀਵੇਬਲਸ, ਆਪਣੇ ਕਿੰਨੇ ਆਪਾਂ ਨੇ ਕਿੰਨਿਆਂ ਤੋਂ ਪੈਸਾ ਲੈਣਾ ਹੈ, ਆਪਣੇ ਡੈਟਰਸ ਕੌਣ ਨੇ, ਅਦਰ ਇਨਕਮਸ ਆਪਾਂ ਦੇਖਦੇ ਹਾਂ ਵੀ ਕਿੱਥੋਂ ਆਪਣੇ ਕੋਲ ਪੈਸਾ ਆ ਸਕਦਾ ਹੈ। ਦ ਅਮਾਊਂਟਸ ਟੂ ਬੀ ਸਪੈਂਡ, ਕਿੰਨਾ ਆਪਾਂ ਸਪੈਂਡ ਕਰ ਰਹੇ ਹਾਂ ਅਮਾਊਂਟ ਮਟੀਰੀਅਲ 'ਤੇ, ਕਿੰਨੇ ਆਪਾਂ ਕ੍ਰੈਡੀਟਰ ਨੂੰ ਪੇਮੈਂਟ ਕਰ ਰਹੇ ਹਾਂ, ਠੀਕ ਹੈ, ਕਿੰਨੇ ਆਪਾਂ ਅਦਰ ਜਿਵੇਂ ਆਪਣੇ ਕੈਪੀਟਲ ਐਕਸਪੈਂਡੀਚਰਸ ਹੁੰਦੇ ਆ, ਸੈਲਰੀ ਪੇ ਕਰਦੇ ਹਾਂ, ਸਭ ਆਪਾਂ ਦੇਖਦੇ ਹਾਂ। Cash forecast will include all the possible sources from which cash will be received and the channels in which payments are to be made so that the consolidated cash position is determined. ਮਤਲਬ ਇਹ ਆਪਾਂ ਸਭ ਦੇਖਦੇ ਹਾਂ ਕਿ ਜਦੋਂ ਆਪਾਂ ਪ੍ਰੋਪਰ ਇੱਕ ਇਮੇਜ ਦੇਖ ਸਕੀਏ, ਆਪਣੀ ਕੈਸ਼ ਬਜਟ ਆਪਾਂ ਪ੍ਰੋਪਰ ਬਣਾ ਸਕੀਏ ਕਿ ਕਿੰਨਾ ਕੈਸ਼ ਆਪਣੇ ਕੋਲ ਆਏਗਾ, ਕਿੰਨਾ ਕੈਸ਼ ਆਪਣੇ ਕੋਲ ਜਾਏਗਾ। The cash budget should be coordinated with other activities of a business. Cash budget ਹਰ ਐਕਟੀਵਿਟੀ ਨਾਲ ਜ਼ਰੂਰ ਮਤਲਬ ਕੋਆਰਡੀਨੇਟ ਹੈ। ਪ੍ਰੋਡਕਸ਼ਨ ਨਾਲ ਵੀ, ਪ੍ਰੋਡਿਊਸ ਕਰਨ ਲਈ ਵੀ, ਪਲਾਂਟ ਖਰੀਦਣ ਲਈ ਵੀ ਆਪਾਂ ਨੂੰ ਪੈਸਾ ਚਾਹੀਦਾ, ਮਟੀਰੀਅਲ ਖਰੀਦਣ ਲਈ ਵੀ ਆਪਾਂ ਨੂੰ ਪੈਸਾ ਚਾਹੀਦਾ, ਲੇਬਰ ਨੂੰ ਦੇਣ ਲਈ ਵੀ ਆਪਾਂ ਨੂੰ ਪੈਸਾ ਚਾਹੀਦਾ, ਆਪਣੀ ਮੈਨੂਫੈਕਚਰਿੰਗ ਓਵਰਹੈਡ ਕਾਸਟ ਬਜਟ ਨੂੰ ਵੀ ਬਣਾਉਣ ਲਈ ਆਪਾਂ ਨੂੰ ਪੈਸਾ ਚਾਹੀਦਾ, ਠੀਕ ਹੈ। ਤਾਂ ਇਹ ਕਰਦੇ ਹੀ ਰਹਿੰਦੇ ਆਪਾਂ ਪ੍ਰੋਸੈਸ। ਦ ਅਵੇਲੇਬਲ ਫੰਡ ਸ਼ੁੱਡ ਬੀ ਫੁੱਲੀ ਯੂਜ਼ਡ ਐਂਡ ਦ ਕੰਸਰਨ ਸ਼ੁੱਡ ਨਾਟ ਸਫਰ ਫॉर ਵਾਂਟ ਆਫ ਫੰਡਸ। ਤਾਂ ਜੋ ਵੀ ਆਪਾਂ ਨੂੰ ਫੰਡਸ ਅਵੇਲੇਬਲ ਹੁੰਦਾ ਬਹੁਤ ਅੱਛੇ ਤਰੀਕੇ ਨਾਲ ਆਪਾਂ ਨੂੰ ਫਰੂਟਫੁੱਲੀ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਕਿ ਅੱਗੇ ਜਦੋਂ ਆਪਾਂ ਨੂੰ ਫੰਡਸ ਦੀ ਜ਼ਰੂਰਤ ਹੋਵੇ ਤਾਂ ਕੰਪਨੀ ਨੂੰ ਫੇਸ ਨਾ ਕਰਨਾ ਪਵੇ, ਠੀਕ ਹੈ। ਨੈਕਸਟ ਕਲਾਸ ਆਪਾਂ ਜ਼ੀਰੋ ਬੇਸ ਬਜਟਿੰਗ ਸਟਾਰਟ ਕਰਾਂਗੇ। ਥੈਂਕ ਯੂ।